फ़ायदा ਕੀ ਹੈ ਇਸ ਤਰ੍ਹਾਂ ਕਿਉਂ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਦੀ ਕੋਈ ਜਿਹੜੀ ਚੀਜ਼ ਤਿਆਰ ਕੀਤੀ ਜਾ ਸਕਦੀ ਹੈ? ਕਰੋਨਾ ਟਾਈਮਸ से ਕਾਫੀ ਬੰਦੇ ਅੰਦਰ ਬਾਹਰ ਹੋ ਰਹੇ ਸੀ ਤੇ ਕਾਫੀ ਬੈਕਟੀਰੀਆ ਅੰਦਰ ਬਾਹਰ ਹੋ ਰਿਹਾ ਸੀ ਤੇ ਕਾਫੀ ਜ਼ਿਆਦਾ ਬੈਕਟੀਰੀਆ ਸੀ ਤਾਂ ਮੈਂ ਇੱਕ ਰਿਪੋਰਟ ਬਾਰੇ ਸੋਚਿਆ ਜੋ ਬੈਕਟੀਰੀਆ ਕਿਲ ਕਰ ਸਕਦਾ ਹੈ। ਸੋ ਮੈਂ ਬਾਹਰ ਹੋ ਕੇ ਵੀ ਇਹਨੂੰ ਕੰਟਰੋਲ ਕਰ ਸਕਦਾ। ਸੋ ਵੀ ਕੈਨ ਕੰਟਰੋਲ ਦਿਸ ਥਰੂ ਐਨ ਸਮਾਰਟਫੋਨ ਥਰੂ ਵਾਈਫਾਈ। ਕਿੱਥੇ ਤੁਸੀਂ ਕੰਪੀਟੀਸ਼ਨ ਖੇਡਣ ਗਏ ਹੋ? ਮੈਂ ਕੰਪੀਟੀਸ਼ਨ ਲਈ ਮਾਸਕੋ, ਦਿੱਲੀ ਤੇ ਦੁਬਈ ਗਿਆ। ਜੋ ਫਸਟ ਐਕਸ਼ਨ ਕੀ ਸੀ ਜਦੋਂ ਤੁਹਾਨੂੰ ਲੱਗਾ ਕਿ ਮੇਰੇ ਬੱਚੇ ਦਾ ਨਾਮ ਦਰਜ ਹੋ ਗਿਆ? ਜਦੋਂ ਮੈਨੂੰ ਮੈਮ ਦਾ ਕਾਲ ਆਇਆ ਕਿ ਮੈਮ ਹਰਸਿਜਨ ਹੈਜ਼ ਡਨ ਇਟ, ਤਾਂ ਇੱਕ ਵਾਰੀ ਆਈ ਵਾਸ ਲਾਈਕ ਵਾਟ ਮੈਮ। ਸਾਡੇ ਦੇਸ਼ ਦੇ ਬੱਚੇ ਜਿਹੜੇ ਨੇ ਹਰ ਖੇਤਰ ਵਿੱਚ ਜਿਹੜੇ ਨੇ ਮੱਲਾਂ ਮਾਰਦੇ ਨੇ, ਚਾਹੇ ਉਹ ਖੇਡਾਂ ਵਿੱਚ ਹੋਵੇ ਜਾਂ ਪੜ੍ਹਾਈ ਵਿੱਚ ਹੋਵੇ। ਇੱਕ ਲੁਧਿਆਣੇ ਦਾ ਬੱਚਾ 12 ਸਾਲ ਜਿਸ ਦੀ ਉਮਰ ਹੈ, ਜਿਸ ਵੱਲੋਂ ਇੱਕ ਰੋਬੋਟ ਤਿਆਰ ਕੀਤਾ ਗਿਆ ਜਿਸ ਦਾ ਨਾਮ ਹਰਸਿਰਜਨ ਹੈ। ਰੋਬੋਟ ਤਿਆਰ ਕੀਤਾ ਗਿਆ ਜੋ ਕਿ ਜਿਹੜਾ ਕੀਟਾਣੂ ਵਾਇਰਸ ਜਿਹੜਾ ਮਾਰਦਾ ਤੇ ਇੰਡੀਆ ਬੁੱਕ ਆਫ ਰਿਕਾਰਡ ਤੇ ਵੀ ਜਿਹੜਾ ਵਾ ਨਾਮ ਦਰਜ ਕਰ ਦਿੱਤਾ ਗਿਆ ਵਾ। ਹਰਸਿਰਜਨ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ। ਹਰਸਿਰਜਨ 12 ਸਾਲ ਦੀ ਉਮਰ ਤੇ ਇੰਡੀਆ ਬੁੱਕ ਆਫ ਰਿਕਾਰਡ ਤੇ ਨਾਮ ਦਰਜ ਕਰ ਦਿੱਤਾ ਗਿਆ ਵਾ। ਰੋਬੋਟ ਤਿਆਰ ਕੀਤਾ ਗਿਆ, ਕੀ ਇਸ ਦੇ ਫੰਕਸ਼ਨ, ਕੀ ਇਸ ਦੀ ਖਾਸੀਅਤ ਹੈ? रोबोट बैक्टीरिया किल करता है थ्रू UVC लाइट्स एंड वी कैनॉट कम इन कॉन्टैक्ट विद दिस लाइट। सो आई हैव प्लेस्ड अ कैमरा सो मैं बाहर होके भी इनू कंट्रोल कर सकता। सो वी कैन कंट्रोल दिस थ्रू एन स्मार्टफोन थ्रू वाईफाई। ਇਸ ਤਰ੍ਹਾਂ ਤੁਸੀਂ ਫਾਇਦਾ ਕੀ ਹੈ ਇਸ ਤਰ੍ਹਾਂ ਕਿਉਂ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਦੀ ਕੋਈ ਜਿਹੜੀ ਚੀਜ਼ ਤਿਆਰ ਕੀਤੀ ਜਾ ਸਕਦੀ ਹੈ? करोना टाइम्स से ਤੇ ਕਾਫੀ ਬੰਦੇ ਅੰਦਰ ਬਾਹਰ ਹੋ ਰਹੇ ਸੀ ਤੇ ਕਾਫੀ ਬੈਕਟੀਰੀਆ ਅੰਦਰ ਬਾਹਰ ਹੋ ਰਿਹਾ ਸੀ ਤੇ ਕਾਫੀ ਜ਼ਿਆਦਾ ਬੈਕਟੀਰੀਆ ਸੀ ਤਾਂ ਮੈਂ ਇੱਕ ਰਿਪੋਰਟ ਬਾਰੇ ਸੋਚਿਆ ਜੋ ਬੈਕਟੀਰੀਆ ਕਿਲ ਕਰ ਸਕਦਾ ਹੈ। ਜਿਸ ਤਰ੍ਹਾਂ ਇਸ ਦੀ ਬੈਟਰੀ ਬੈਕਅਪ ਕਿਸ ਤਰ੍ਹਾਂ ਚੱਲਦਾ, ਇਸ ਬਾਰੇ ਥੋੜ੍ਹੀ ਦੱਸ ਦਿਓ। ਇਹਦੀ ਬੈਟਰੀ ਬੈਕਅਪ ਲਾਈਕ 4 ਆਵਰਸ ਹੈ ਤੇ ਇਹਨੂੰ 2.5 ਆਵਰਸ ਚਾਰਜ ਕਰਨ ਨੂੰ ਲੱਗਦੇ ਨੇ। ਤੇ ਕਿੰਨੀ ਕੁ ਟੋਟਲ ਕੋਸਟ ਕਿੰਨੀ ਕਰ ਆ ਗਈ ਇਸ ਦੀ? 15 to 18K। 15,000 ਆ ਗਈ। ਤੇ ਕਿੱਥੇ ਕਿੱਥੇ ਇਸ ਦਾ ਜਿਹੜਾ ਪ੍ਰਯੋਗ ਕੀਤਾ ਜਾ ਸਕਦਾ ਵਾ? ਇਹਨੂੰ ਯੂਜ਼ ਕਰ ਸਕਦੇ ਹਾਂ ਹੋਟਲਸ ਵਿੱਚ, ਹਸਪੀਟਲਸ ਵਿੱਚ ਮੇਨਲੀ, ਤੇ ਆਫਿਸਿਸ ਵਿੱਚ ਤੇ ਇੰਡਸਟਰੀਜ਼ ਵਿੱਚ। ਇਸ ਤਰ੍ਹਾਂ ਤੁਹਾਡੇ ਕੋਲ ਪਹਿਲਾ ਰੋਬੋਟ ਹੀ ਤਿਆਰ ਕੀਤਾ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਰੋਬੋਟ ਤਿਆਰ ਕਰ ਦਿੱਤੇ ਗਏ ਨੇ ਤੁਹਾਡੇ? ਇੰਨਾ ਵੱਡਾ ਲਾਈਕ ਪਹਿਲਾ ਰੋਬੋਟ ਹੈ ਮੇਰਾ। ਪਹਿਲੇ ਕੰਪੀਟੀਸ਼ਨਸ 'ਚ ਗਿਆ ਮੈਂ ਤੇ ਉਹਨਾਂ ਲਈ ਰੋਬੋਟ ਤਿਆਰ ਕੀਤਾ ਸੀ। ਕਿੱਥੇ ਤੁਸੀਂ ਕੰਪੀਟੀਸ਼ਨ ਖੇਡਣ ਗਏ ਹੋ? ਮੈਂ ਕੰਪੀਟੀਸ਼ਨ ਲਈ ਮਾਸਕੋ, ਦਿੱਲੀ ਤੇ ਦੁਬਈ ਗਿਆ। ਇਸ ਤਰ੍ਹਾਂ ਰੋਬੋਟ ਤਿਆਰ ਕਰ ਦਿੱਤਾ ਗਿਆ ਵਾ ਤੇ ਕੋਈ ਤੁਹਾਨੂੰ ਇਸ ਸੇ ਮਤਲਬ ਇਸ ਦੀ ਤੁਹਾਨੂੰ ਕੋਈ ਗਾਹਕ ਆਇਆ ਕਿ ਸਾਨੂੰ ਵੀ ਕੋਈ ਦਿਓ, ਅਸੀਂ ਵੀ ਆਪਣੇ ਹੋਟਲ ਤੇ लाना, कोई इस तरह का कोई ऑफर है अभी तक? अभी नहीं, लाइक अभी हम इसका पेटेंट कराएंगे, फिर हम इसको थोड़ा इम्प्रूव करेंगे इसकी तरफ, फिर हम इनको कस्टमर्स को देंगे। ਇਸ ਤਰ੍ਹਾਂ ਤੁਸੀਂ ਸਟੂਡੈਂਟ ਵੀ ਹੋ, ਪੜ੍ਹਾਈ ਵੀ ਕਰਦੇ ਹੋ, ਕਿਸ ਤਰ੍ਹਾਂ ਆਪਣਾ ਟਾਈਮ ਕੱਢਦੇ ਹੋ, ਬੈਲੈਂਸ ਕਿਸ ਤਰ੍ਹਾਂ ਕਰਦੇ ਹੋ ਰੋਬੋਟ ਬਣਾਉਣ ਲਈ ਜਾਂ ਪੜ੍ਹਾਈ ਲਈ? ਕਿਸ ਤਰ੍ਹਾਂ ਤੁਸੀਂ ਬੈਲੈਂਸ ਕਰਦੇ ਹੋ ਟਾਈਮ? मेरे लाइक डेज फिक्स ने किन्ने डेज में रोबोटिक्स करनी ने, किन्ने डेज में पढ़ाई करनी ने ते खेलना भी करना। ਤੇ ਰੋਬੋਟ ਹੁਣ ਤਿਆਰ ਕਰ ਦਿੱਤਾ ਗਿਆ ਵਾ, ਇੰਡੀਆ ਬੁੱਕ ਆਫ ਰਿਕਾਰਡ ਤੇ ਨਾਮ ਦਰਜ ਕੀਤਾ ਗਿਆ ਵਾ, ਗਿਨੀਸ ਬੁੱਕ ਆਫ ਤੇ ਵੀ ਨਾਮ ਕਰਵਾਉਣਾ ਕਹਿੰਦਾ ਦਰਜ। ਕੀ ਡ੍ਰੀਮ ਪ੍ਰੋਜੈਕਟ ਹੈ ਤੁਹਾਡਾ? एज सच हले कोई ड्रीम प्रोजेक्ट नहीं है पर काफ़ी आइडियाज़ ने माइंड च ते अब मैं उन्हें एग्जीक्यूट करांगा। ਬਿਲਕੁਲ ਆਈਡੀਆਜ਼ ਕਾਫੀ ਨੇ, ਹੋਰ ਵੀ ਐਗਜ਼ੀਕਿਊਟ ਕਰਨਗੇ ਪਲਾਨ। ਮੈਮ ਨੇ ਨਾਲ ਜਿਨ੍ਹਾਂ ਵੱਲੋਂ ਜਿਹੜਾ ਵਾ ਹੈਲਪ ਕੀਤੀ ਗਈ ਆ ਹਰਸਿਰਜਨ ਦੀ ਰੋਬੋਟ ਬਣਾਉਣ ਦੀ, ਗੱਲਬਾਤ ਕਰ ਲੈਂਦੇ। ਮੈਮ 12 ਸਾਲ ਦੀ ਉਮਰ ਤੇ ਮੈਮ ਇੰਡੀਆ ਬੁੱਕ ਆਫ ਰਿਕਾਰਡ ਤੇ ਤੁਹਾਡੇ ਸਟੂਡੈਂਟ ਨਾਮ ਦਰਜ ਕਰਦੇ, ਕਿੰਨਾ ਕੁ ਮੈਮ ਮਾਣ ਮਹਿਸੂਸ ਹੋ ਰਿਹਾ? डेफ़िनेटली जी, बहुत अच्छा लग रहा है, बहुत प्राउड फील कर रही हूँ। हम 5 से 15 साल के बच्चों को रोबोटिक्स की ट्रेनिंग देते हैं और हरसिजन हमारे साथ पिछले 5 साल से एसोसिएटेड है, जहाँ उसने बहुत सारे कोर्सेज़ प्रोग्राम्स हमारे सुपरविजन में किए हैं। प्लस हम बच्चों को एक्सपोजर देते हैं विज़रोबो में, जहाँ वो स्टेट, सिटी, नेशनल और इंटरनेशनल लेवल के कॉम्पिटिशन्स भी जीतते हैं। तो हरसिजन हमारे साथ दुबई, मॉस्को, नेशनल लेवल, दिल्ली में, गुड़गांव में सारे कॉम्पिटिशन्स में गया है और काफ़ी कॉम्पिटिशन्स उसने विन किए हैं। और अभी कोविड के कारण जैसे हम देख रहे थे कि स्कूल्स या इवन इंस्टीट्यूट में ट्रेनिंग के लिए काफ़ी लॉकडाउन जब लग रहा था तो उसको चांस नहीं मिल रहा था, तो इसी दौरान उसके माइंड में एक आइडिया आया कि मैम क्यों ना हम कोई एक ऐसा प्रोजेक्ट बनाएं जो हम कोविड की रियल लाइफ प्रॉब्लम के लिए कोई सोल्यूशन डेवलप कर पाएँ। सो इसी से ये एक आइडिया लेकर आया जिसको हमने ऑलमोस्ट 2 सवा 2 महीनों से हम इसके ऊपर रिसर्च कर रहे थे। हम कहाँ से क्या सामान मंगाएंगे,
कैसे इसका डिज़ाइन हम बनाएं और कैसे इसको बनाया जाए, किस तरह से इसके क्या क्या फ़ीचर्स हों सो दैट ये किसी भी यूज़र को यूज़ करने के लिए बहुत ईजी हो। इसको हम अपने स्मार्टफोन या एक लैपटॉप से भी ऑपरेट कर सकते हैं। यूवी लाइट्स का इसमें हमने इस्तेमाल किया है जिससे कि हम ये हार्मफुल वायरसेस या बैक्टीरिया को किल कर सकते हैं कुछ ही टाइम में। मैम आप कब से मैम ट्रेनिंग दे रहे हो बच्चों को रोबोट्स बनाने की मैम? सो हम 2016 से विज़रोबो इंस्टीट्यूट हमने ओपन किया है जहां हम 5 से 15 साल के बच्चों को ये ट्रेनिंग प्रोग्राम्स दे रहे हैं। सो मेरा शुरू से ही विज़न था कि हम बच्चों के ऊपर, स्कूल के बच्चों के ऊपर काम करें और आज की डेट में हम काफ़ी स्कूल्स, लुधियाना के सारे टॉप स्कूल, सतपौल, श्रीराम, BCM, GNPS, काफ़ी स्कूल्स के साथ हम काम कर रहे हैं जहाँ पे हम रोबोटिक्स की लैब सेट करते हैं और उनको ट्रेनिंग प्रोग्राम और वर्कशॉप्स प्रोवाइड करते हैं। सो हमारा ये विज़न है कि हम एक कम्युनिटी बना रहे हैं इनोवेटर्स की, जहाँ हम 1 लाख से भी ज़्यादा बच्चों के ऊपर ये ट्रेनिंग प्रोग्राम्स हम देना चाहते हैं और उनको हम इस लेवल पे लाना चाहते हैं जहाँ पे जो भी उनके ड्रीम्स हैं या जो उनके इनोवेटिव आइडियाज़ हैं उनमें हम उनको हेल्प कर पाएँ और ऐसे डिफरेंट तरह के रोबोट्स और सॉल्यूशंस डेवलप कर पाएँ जो आने वाले टाइम में हमारे देश के लिए बहुत हेल्पफुल हो सकते हैं। मैम जो पेरेंट्स हैं बच्चों को भेजते थे कोचिंग सेंटर में इंजीनियरिंग बनने के लिए, मेडिकल, जब आपने नया नया कोचिंग सेंटर स्टार्ट किया था तो पेरेंट्स के कैसे रिएक्शन होते हैं? अच्छा ऐसे भी कुछ होता है कि रोबोट्स बनाने के लिए हमें भेजना पड़ेगा बच्चों को क्योंकि डॉक्टर हम बनाएंगे, इंजीनियर बनाएंगे, कैसे तब वो पेरेंट्स के रिएक्शन होते हैं? डेफिनेटली शुरू में जब 2016 में मैंने स्टार्ट किया तो हमें सबसे बड़ा चैलेंज आता था कि ये चीज़ किसी को समझ ही नहीं आती थी। पेरेंट्स को लगता था रोबोट का मतलब है कोई ऐसे ह्यूमन बीइंग की तरह आएगा और कोई आपके ऑटोमेटिक कोई चीज़ें आपकी ऑपरेट करेगा या कंट्रोल्स को फॉलो करेगा, और वो इस चीज़ को रिलेट करते थे इंजीनियरिंग से। तो वो इन चीज़ों को समझ नहीं पाते थे कि क्या हम 5 साल या 6 साल के बच्चे को एक रोबोट बनाना भी सिखा सकते हैं। बट डेफिनेटली विद द पैसेज ऑफ टाइम हम ये चीज़ें ला पाए, हम ये अवेयरनेस ला पाए पेरेंट्स में, और आज की डेट में आप देख रहे हैं कि जस्ट एक 12 साल के बच्चे ने कितना बड़ा रोबोट बनाया है जो कि हमारे लिए, हमारी कंट्री के लिए कितना हेल्पफुल है। और इसी तरह हमारे साथ और बहुत सारे बच्चे एसोसिएटेड हैं जो कि डिफरेंट प्रोजेक्ट्स के ऊपर काम कर रहे हैं, और बच्चों के साथ काम करते करते हम भी बहुत सारी चीज़ें उनके साथ सीखते हैं क्योंकि उनके आइडियाज़, उनकी क्रिएटिविटी इतनी ज़्यादा है, तो बहुत मज़ा आता है उन बच्चों के साथ काम करके। और मुझे लगता है कि ये बच्चे एक हमारे देश का फ्यूचर है, तो इसके ऊपर हमें ज़रूर देखना चाहिए, स्कूल्स में इन चीज़ों को ज़रूर देना चाहिए ताकि बच्चों को ये टाइम मिले इन सब चीज़ों के ऊपर भी काम करने के लिए। ਹਰਸਿਰਜਨ ਦੀ ਮਦਰ ਵੀ ਨੇ ਗੱਲਬਾਤ ਕਰ ਲਈ ਮੈਮ, ਜਿਸ ਤਰ੍ਹਾਂ ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਇੰਡੀਆ ਬੁੱਕ ਆਫ ਰਿਕਾਰਡ ਤੇ ਆਪਣਾ ਨਾਮ ਦਰਜ ਕਰਾਉਣਾ, ਤੁਹਾਡੇ ਬੱਚੇ ਦਾ ਮੈਮ 12 ਸਾਲ ਦੀ ਉਮਰ ਤੇ ਨਾਮ ਦਰਜ ਹੋ ਗਿਆ। ਜੋ ਫਸਟ ਐਕਸ਼ਨ ਕੀ ਸੀ ਜਦੋਂ ਤੁਹਾਨੂੰ ਲੱਗਾ ਕਿ ਮੇਰੇ ਬੱਚੇ ਦਾ ਨਾਮ ਦਰਜ ਹੋ ਗਿਆ? ਜਦੋਂ ਮੈਨੂੰ ਮੈਮ ਦਾ ਕਾਲ ਆਇਆ ਕਿ ਮੈਮ ਹਰਸਿਰਜਨ ਹੈਜ਼ ਡਨ ਇਟ, ਤਾਂ ਇੱਕ ਵਾਰੀ ਆਈ ਵਾਸ ਲਾਈਕ ਵਾਟ ਮੈਮ, ਕਿ ਇੱਕ ਵਾਰੀ ਤੁਸੀਂ ਵਿਸ਼ਵਾਸ ਨਹੀਂ ਕਰ ਪਾਉਂਦੇ ਕਿ ਇੰਨੇ ਪੈਸ਼ਨ ਨਾਲ, ਚਲੋ ਬਹੁਤ ਮਿਹਨਤ ਨਾਲ ਜਦੋਂ ਬੱਚਾ ਕੁਝ ਕਰ ਰਿਹਾ ਹੁੰਦਾ ਹੈ, ਇੱਕ ਵਾਰੀ ਸੁਣ ਕੇ ਲੱਗਿਆ ਅੱਛਾ ਵਾਟ, ਅੱਛਾ ਓਕੇ, ਮਤਲਬ ਰਿਲਾਈਜ਼ ਹੋਣ ਤੇ ਇਟ ਟੁਕ 2 ਮਿੰਟਸ, ਬਟ ਵੈਰੀ ਪ੍ਰਾਊਡ ਆਫ ਹਿਮ, ਵੈਰੀ ਹੈਪੀ। ਤੁਹਾਡੇ ਵੱਲੋਂ ਪੇਰੈਂਟਸ ਵੱਲੋਂ ਕਿਸ ਤਰ੍ਹਾਂ ਦਾ ਸਪੋਰਟ ਰਿਹਾ ਹਰਸਿਰਜਨ ਨੂੰ ਮੈਮ? ਸਰ ਇਹ 7-8 ਇਅਰਸ ਦਾ ਸੀਗਾ ਜਦੋਂ ਤੋਂ ਕਾਰਾਂ ਲਿਆਉਣੀਆਂ, ਤੋੜਨੀਆਂ, ਰਿਮੋਟ ਕੰਟਰੋਲ ਕਾਰਸ, ਦੇਖਣਾ ਕੀ ਹੋ ਰਿਹਾ ਹੈ, ਕਿਵੇਂ ਚੱਲ ਰਹੀ ਹੈ, ਉਦੋਂ ਪਤਾ ਚੱਲਿਆ ਕਿ ਹਾਂ ਹੀ ਇਜ਼ ਵੈਰੀ ਪੈਸ਼ਨੇਟ ਅਤੇ ਹੀ ਇਜ਼ ਇਨਟੂ ਦਿਸ ਥਿੰਗ। ਫਿਰ ਅਸੀਂ ਇਹਨੂੰ ਵਿਜ਼ਰੋਬੋ ਵਿੱਚ ਡੈਮੋ ਕਲਾਸ ਕਰਾਈ ਅਤੇ ਉਸ ਤੋਂ ਬਾਅਦ ਦੇਖਿਆ ਕਿ ਹਾਂ, ਫਿਰ ਇਹਨੇ ਹੌਲੀ ਹੌਲੀ ਸਾਰੇ ਕੋਰਸਿਸ ਕੀਤੇ, ਦੈਨ ਹੀ ਵੈਂਟ ਫॉर ਕੰਪੀਟੀਸ਼ਨਸ, ਅਤੇ ਫਿਰ ਉਸ ਤੋਂ ਬਾਅਦ ਹੁਣ ਜਦੋਂ ਬਿਲਕੁਲ ਲੋਕਡਾਊਨ ਵਿੱਚ ਸਭ ਕੁਝ ਸ਼ਟ ਸੀਗਾ, ਕਲਾਸਿਸ ਵੀ ਔਨਲਾਈਨ ਸੀਗੀਆਂ, ਦੈਨ ਹੀ ਥੋਟ ਕਿ ਨਹੀਂ ਮੰਮਾ ਮੁਝੇ ਇੱਕ ਪ੍ਰੋਜੈਕਟ ਬਣਾਉਣਾ ਹੈ। ਇਹਨੇ ਸਾਡੇ ਨਾਲ ਡਿਸਕਸ ਕੀਤਾ। ਫਿਰ ਜਦੋਂ ਅਸੀਂ ਇਹਦਾ ਪ੍ਰੋਜੈਕਟ ਸੁਣਿਆ, ਸਾਡੀ ਇੱਕੋ ਹੀ ਚੀਜ਼ ਸੀਗੀ ਕਿ ਬੇਟਾ ਇਹ ਨਹੀਂ ਸੋਚਣਾ ਕਿ ਤੁਹਾਡਾ ਪ੍ਰੋਜੈਕਟ ਰਜਿਸਟਰ ਹੋਏਗਾ, ਨਹੀਂ ਹੋਏਗਾ, ਜਸਟ ਗੋ ਫॉर ਇਟ, ਫੋਲੋ ਯੋਰ ਪੈਸ਼ਨ ਔਰ ਪੂਰੀ ਡੈਡੀਕੇਸ਼ਨ ਨਾਲ ਆਪਣਾ ਕੰਮ ਕਰੋ। ਔਰ ਇਹਨੇ ਪੂਰੀ ਡੈਡੀਕੇਸ਼ਨ, ਪੂਰੀ ਮਿਹਨਤ ਨਾਲ ਕੀਤਾ ਅਤੇ ਉਹਦਾ ਫਲ ਅੱਜ ਸਾਡੇ ਸਭ ਦੇ ਸਾਹਮਣੇ ਹੈ। ਮੈਮ ਬੈਲੈਂਸ ਕਿਸ ਤਰ੍ਹਾਂ ਕਰਦੇ ਟਾਈਮ, ਕਿਉਂਕਿ ਨਾਲ ਪੜ੍ਹਾਈ ਦੇ ਨਾਲ ਮੈਮ ਇਹ ਵੀ ਇਸ ਨੂੰ ਵੀ ਕਾਫੀ ਟਾਈਮ ਮੰਗਦਾ ਰੋਡ ਬਣਾਉਣ ਲਈ ਵੀ, ਉਹ ਕਿਸ ਤਰ੍ਹਾਂ ਬੈਲੈਂਸ ਕਰਦੇ ਹਰਸਿਰਜਨ? ਸਰ ਬੈਲੈਂਸ ਇਹਨੇ ਬਹੁਤ ਅੱਛੀ ਤਰ੍ਹਾਂ ਮੇਨਟੇਨ ਕੀਤਾ ਕਿਉਂਕਿ ਕਲਾਸ ਦੇ ਟਾਈਮਿੰਗਸ ਫਿਕਸ ਸੀਗੇ। ਹਫਤੇ ਵਿੱਚ 3 ਦਿਨ ਇਹਦੀ ਕਲਾਸ ਹੁੰਦੀ ਸੀ, ਕਦੀ 3 ਆਵਰਸ ਦੀ, ਕਦੀ 2 ਆਵਰਸ ਦੀ। ਸੋ ਹਫਤੇ ਦੇ ਜਿਹੜੇ ਡੇਜ਼ ਇੱਧਰ ਫਿਕਸਡ ਹੁੰਦੇ ਸੀ, ਬਾਕੀ ਦੇ ਦਿਨ ਉਹ ਆਪਣੀ पढ़ाई ਤੇ बाकी चीज़ों में स्पेंड करता है। वैसे भी जैसे अब ऑनलाइन क्लासेस चल रही थी, बच्चे स्कूल नहीं जा रहे थे, तो उनके पास पूरा उन्हीं का 24 आवर्स बच्चे के पास उसके खुद के हैं, और वो उसको अच्छे से डिवाइड कर सकता है कि कितना टाइम उसको खेलने में लगाना है, कितना पढ़ाई में, और कितना उसके अपने और पैशन के लिए। तो ये हरसिरजन ने एक बहुत अच्छी तरह डील किया कि कैसे मैं अपने इस टाइम को यूटिलाइज़, पिछले 2 सालों से जैसे सब बच्चे घरों में हैं, तो उसने अपने टाइम को बहुत अच्छे से यूटिलाइज़ किया और एक बहुत अच्छे रोबोट के साथ उसने ये काम शुरू किया। ਬਿਲਕੁਲ ਹਰਸਿਰਜਨ ਲੁਧਿਆਣਾ ਦਾ ਰਹਿਣ ਵਾਲਾ ਲੜਕਾ 12 ਸਾਲ ਹੀ ਜਿਸ ਦੀ ਉਮਰ ਹੈ ਅਤੇ 8ਵੀਂ ਕਲਾਸ 'ਤੇ ਪੜ੍ਹਦਾ, ਅਤੇ
ਇੱਕ ਰੋਬੋਟ ਤਿਆਰ ਕੀਤਾ ਗਿਆ ਵਾ ਕੀਟਾਣੂ ਜਿਹੜਾ ਮਾਰਦਾ ਵਾਇਰਸ ਮਾਰਦਾ ਤੇ ਉਹਦਾ ਇੰਡੀਆ ਬੁੱਕ ਆਫ ਰਿਕਾਰਡ ਤੇ ਜਿਹੜਾ ਨਾਮ ਦਰਜ ਕਰ ਦਿੱਤਾ ਗਿਆ। ਹਰਸਿਰਜਨ ਵੱਲੋਂ ਜਿਹੜਾ ਵਾ ਬਾਹਰ ਜਾ ਕੇ ਵੀ ਜਿਹੜੇ ਕਾਫੀ ਕੰਪੀਟੀਸ਼ਨ ਖੇਡੇ ਨੇ ਤੇ ਡ੍ਰੀਮ ਪ੍ਰੋਜੈਕਟ ਉਸ ਦਾ ਹਜੇ ਤੱਕ ਉਸਨੇ ਸੋਚਿਆ ਨਹੀਂ, ਪਰ ਕਿਤੇ ਨਾ ਕਿਤੇ ਆਈਡੀਆਸ ਬਹੁਤ ਤੇ ਜਲਦੀ ਜਿਹੜਾ ਵਾ ਉਸ ਵੱਲੋਂ ਇੱਕ ਨਵਾਂ ਰੋਬੋਟ ਵੀ ਜਿਹੜਾ ਜਲਦ ਤੋਂ ਜਲਦ ਜਿਹੜਾ ਤਿਆਰ ਕਰ ਦਿੱਤਾ ਜਾਵੇਗਾ ਤੇ ਮਾਤਾ ਜਿਹੜੇ ਉਸਨੇ ਨੇ ਉਸ ਨੂੰ ਜਿਹੜਾ ਬਹੁਤ ਹੀ ਜਿਹੜਾ ਮਾਣ ਜਿਹੜਾ ਮਹਿਸੂਸ ਹੋ ਰਿਹਾ ਹਰਸਿਰਜਨ ਦੀ ਜਿਹੜੀ ਇਸ ਉਪਲਬਧੀ ਤੇ। ਕੈਮਰਾਮੈਨ ਲਖਵਿੰਦਰ ਨਾਲ ਭਰਤ ਸ਼ਰਮਾ, ਦਾ ਸਮਰ ਨਿਊਜ਼ ਲੁਧਿਆਣਾ।